ਮੈਂ ਅੰਮ੍ਰਿਤਸਰ ਜੱਗੂ ਭਗਵਾਨਪੁਰੀਆ ਦੇ ਕੇਸ 'ਚ ਪੇਸ਼ ਹੋਣ ਜਾਣਾ ਸੀ। 68 ਨੰਬਰ ਐਫਆਈਆਰ ਸੀ। ਇੱਕ ਮੇਰੀ ਫਾਈਨਲ ਆਰਗੂਮੈਂਟ ਸੀ ਸੌਰਵ ਪ੍ਰਤਾਪ ਸਨੀ, ਉਹ ਵੀ ਗੈਂਗਸਟਰ। ਇਹ ਕਹਿੰਦੇ ਨੇ ਦੋ, ਮੈਂ ਕਲਾਇੰਟਸ ਨੂੰ ਗੈਂਗਸਟਰ ਨਹੀਂ ਮੰਨਦੀ ਕਿਉਂਕਿ ਗੈਂਗਸਟਰ ਐਸਾ ਕੋਈ ਟਰਮ ਹੀ ਨਹੀਂ ਹੈ। ਮੈਂ ਕਿਹਾ ਸਰ ਮੈਨੂੰ ਤਾਂ ਪਹਿਲੀ ਗੱਲ ਤਾਂ ਇਹ ਨਹੀਂ ਸਮਝ ਆ ਰਹੀ ਵੀ ਸਰਚ ਵਾਰੰਟ ਤਾਂ ਕਿਸ ਚੀਜ਼ ਦਾ ਹੈ। ਕਹਿੰਦੇ ਤੁਸੀਂ ਗੈਂਗਸਟਰ ਦੇ ਵਕੀਲ ਹੋ ਨਾ, ਜੇ ਤੁਸੀਂ ਮੈਨੂੰ ਇਸ ਚੀਜ਼ ਲਈ ਟਾਰਗੇਟ ਕਰ ਰਹੇ ਹੋ ਵੀ ਤੁਸੀਂ ਬਰੀ ਕਰਾਣੇ ਛੱਡ ਦਿਓ। ਸਰ ਜੋ ਰਿਕਾਰਡ ਤੁਸੀਂ ਪੇਸ਼ ਕਰ ਰਹੇ ਹੋ ਮੈਂ ਉਸ ਨੂੰ ਦੇਖ ਰਹੀ ਹਾਂ ਔਰ ਉਸ ਤੇ ਬੇਸਿਕਲੀ ਆਪਣਾ ਜਿੰਨਾ ਮੇਰਾ ਦਿਮਾਗ ਹੈ ਮੈਂ ਉਹ ਮਾਈਂਡ ਅਪਲਾਈ ਕਰ ਰਹੀ ਹਾਂ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਵਕਾਲਤ ਇੱਕ ਅਜਿਹਾ ਡਿਪਾਰਟਮੈਂਟ ਹੈਗਾ ਜਾਂ ਅਜਿਹਾ ਕੰਮ ਹੈਗਾ, ਅਜਿਹਾ ਕਿੱਤਾ ਹੈਗਾ ਜਿਹਨੂੰ ਲੈ ਕੇ ਹਮੇਸ਼ਾ ਬਹੁਤ ਸਾਰੇ ਸਵਾਲ ਰਹਿੰਦੇ ਨੇ ਕਿ ਇਹ ਕਿਸ ਤਰੀਕੇ ਨਾਲ ਲੋਕਾਂ ਦੇ ਪੱਖ ਦੇ ਵਿੱਚ ਗੱਲ ਕਰਦੇ ਨੇ। ਤੇ ਇੱਕ ਵੱਡੀ ਗੱਲ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਇੱਕ ਲੜਕੀ ਜਿਹੜੀ ਹੈ ਲੰਮੇ ਸਮੇਂ ਤੋਂ ਵਕਾਲਤ ਕਰ ਰਹੀ ਹੈ ਤਾਂ ਉਸ ਦੇ ਉੱਪਰ ਸਵਾਲ ਖੜੇ ਕੀਤੇ ਜਾਂਦੇ ਨੇ। ਐਨਆਈਏ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਕਿ ਤੁਸੀਂ, ਤੁਹਾਡੇ ਕੋਲ ਹੀ ਗੈਂਗਸਟਰ ਕਿਉਂ ਆਉਂਦੇ ਨੇ, ਤੁਹਾਡੇ ਕੋਲ ਹੀ ਇਹ ਲੋਕ ਕਿਉਂ ਪਹੁੰਚਦੇ ਨੇ। ਤਾਂ ਵੱਡੇ ਸਵਾਲ ਖੜੇ ਹੋਏ ਨੇ, ਬਹੁਤ ਵੱਡੇ ਪੱਧਰ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਕਿ ਆਖਿਰਕਾਰ ਵਕੀਲਾਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ। ਸਾਡੇ ਨਾਲ ਉਹ ਮੈਡਮ ਨੇ ਇੱਥੇ ਗੱਲਬਾਤ ਕਰਕੇ ਸਮਝਣਾ ਹੈਗਾ ਕਿ ਆਖਿਰਕਾਰ ਇਹ ਜਿਹੜੀ ਰੇਡ ਹੋਈ ਉਸ ਤੋਂ ਬਾਅਦ ਉਹਨਾਂ ਦੇ ਫੋਨ ਜ਼ਬਤ ਕਰ ਲਏ ਗਏ, ਕੀ ਮਨਸ਼ਾ ਸੀਗੀ ਉਸ ਰੇਡ ਦੀ, ਕੀ ਕਾਰਨ ਰਹੇ। ਗੱਲਬਾਤ ਕਰਨੀ ਹੈ ਮੈਡਮ। ਆਮ ਤੌਰ ਤੇ ਅਸੀਂ ਮੰਨਦੇ ਕਿ ਵਕਾਲਤਨਾਮਾ ਜਾਂ ਵਕਾਲਤ ਇੱਕ ਅਜਿਹਾ ਡਿਪਾਰਟਮੈਂਟ ਹੈਗਾ ਜਿਹੜੇ ਲੋਕਾਂ ਦੀ ਦਰਦ ਜਿਹੜੀ ਹੁੰਦੀ ਆ ਅਦਾਲਤ 'ਚ ਪੇਸ਼ ਕਰਦਾ ਤੇ ਹੱਲ ਕਰਵਾਉਂਦਾ ਹੈਗਾ। ਤੁਹਾਨੂੰ ਲੱਗਦਾ ਕਿ ਉਸ ਦੀ ਸਜ਼ਾ ਮਿਲ ਰਹੀ ਹੈ ਇੱਥੇ? ਸਰ ਲੱਗਦਾ ਮੈਨੂੰ ਇਸ ਐਪੀਸੋਡ ਤੋਂ ਬਾਅਦ ਇਹੀ ਰਿਹਾ ਕਿ ਮੈਨੂੰ ਉਸ ਦੀ ਸਜ਼ਾ ਮਿਲ ਰਹੀ ਹੈ ਕਿ ਅਸੀਂ ਫੇਅਰਲੀ ਕੰਮ ਕਰਦੇ ਹਾਂ, ईमानदारी ਨਾਲ ਕੰਮ ਕਰਦੇ हैं। ਜੋ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਨਹੀਂ ਕਰਦੇ ਤਾਂ ਸ਼ਾਇਦ ਉਸ ਦੀ ਸਜ਼ਾ ਹੈ। ਇਹ ਬੜੀ ਹੈਰਾਨੀ ਹੁੰਦੀ ਹੈ ਕਿ ਚਲੋ ਇੱਕ ਹਰੇਕ ਬੰਦੇ ਦੀ ਆਪਣੀ ਕੋਈ ਕ੍ਰੈਡੀਬਿਲਿਟੀ ਹੁੰਦੀ ਹੈ ਕਿਸੇ ਕੰਮ ਨੂੰ ਲੈ ਕੇ। ਤੁਹਾਡੀ ਇਹ ਹੈ ਕਿ ਤੁਸੀਂ ਗੈਂਗਸਟਰਾਂ ਦੇ ਕੇਸ ਜ਼ਿਆਦਾ ਲੜੇ ਹੈਗੇ ਨੇ, ਇਸ ਕਰਕੇ ਬਹੁਤ ਨਹੀਂ ਲੜੇ ਸਰ। ਜਦੋਂ ਤੁਸੀਂ ਇੱਕ ਬੰਦੇ ਨੂੰ ਕਦੇ ਤੁਹਾਡਾ ਕੋਈ ਕੇਸ ਬਹੁਤ ਅੱਛਾ ਬਰੀ ਹੋ ਜਾਂਦਾ ਤਾਂ ਹਰ ਉਸ ਲੈਵਲ ਦਾ ਹੀ ਕਲਾਇੰਟ ਤੁਹਾਨੂੰ ਅਪਰੋਚ ਕਰਨਾ ਸ਼ੁਰੂ ਕਰ ਦਿੰਦਾ ਹੈ ਵੀ ਜੇ ਉਹਨੂੰ ਲੱਗਦਾ ਸਾਹਮਣੇ ਵਾਲਾ ਬਰੀ ਹੋਏ ਤਾਂ ਸ਼ਾਇਦ ਮੈਂ ਵੀ ਬਰੀ ਹੋ ਜਾ। ਸਿਮਿਲਰ ਜਦੋਂ ਮੇਰੇ ਕੋਲ ਆਏ, ਐਸਾ ਨਹੀਂ ਕਿ ਵਾਈਟ ਕਾਲਰ ਕ੍ਰਾਈਮ ਦੇ ਕੇਸਿਸ ਨਹੀਂ ਸੀ, ਜਦੋਂ ਆਈਪੀਐਸ ਲੌਬੀ ਹੈ ਇਧਰਲੇ ਕੇਸ ਆ ਰਹੇ ਸੀ ਤਾਂ ਉਹੀ ਆ ਰਹੇ ਸੀ। ਆਬਵੀਅਸਲੀ ਸਰਕਲ ਦੇ ਅਕੋਰਡਿੰਗ ਕੇਸਿਸ ਆਉਂਦੇ, ਰੈਫਰੈਂਸਿਸ ਆਉਂਦੀਆਂ ਤੁਹਾਨੂੰ। ਤੁਸੀਂ ਜਦੋਂ ਕੁਇਟਲ ਮੈਂ ਕਰਾਈ। ਕਲਮੋਂ ਬਰੀ ਕਰਵਾਇਆ ਕੇਸ, ਉਸ ਤੋਂ ਬਾਅਦ ਮੈਨੂੰ ਕੇਸਿਸ ਆਣੇ ਸ਼ੁਰੂ ਹੋਏ ਗੈਂਗਸਟਰਸ ਦੇ। ਜਦੋਂ ਮੈਂ ਲੈਣੇ ਸ਼ੁਰੂ ਕੀਤੇ, ਰਿਲੀਫ ਲੈਣੇ ਸ਼ੁਰੂ ਕੀਤੇ, ਕਈਆਂ 'ਚ ਬੇਲਸ ਕਰਾ ਗਈ, ਕਈਆਂ 'ਚ ਜਾਂ ਟ੍ਰਾਇਲ ਪਰਸਿਊ ਕਰਨੀ ਸ਼ੁਰੂ ਕਰਤੀ। ਜਦੋਂ ਹਰ ਕਲਾਇੰਟ ਨੂੰ ਦਿਖ ਰਿਹਾ ਸੀ ਵੀ ਮੈਂ ਸਵੇਰੇ ਅਗਰ 10 ਵਜੇ ਕੋਰਟ ਓਪਨ ਹੁੰਦੀ ਤਾਂ ਮੈਂ 9:30 ਕੋਰਟ 'ਚ ਹੁੰਨੀ ਹੈ ਤੇ ਕਿਸੇ ਫੈਮਿਲੀ ਨੂੰ ਮੈਂ ਤੰਗ ਨਹੀਂ ਕਰ ਰਹੀ ਵੀ ਤੁਸੀਂ ਮੇਰੇ ਕੋਲ ਰੋਜ਼ ਆਓ ਬਟ ਦੱਸੋ, ਮੈਂ ਆਪਣਾ ਕੰਮ ਆਪ ਕਰਦੀ ਹਾਂ। ਸ਼ਾਇਦ ਇਹ ਕਿਸੇ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਔਰ ਸ਼ਾਇਦ ਦੂਜੇ ਕਲਾਇੰਟ ਇਹ ਚੀਜ਼ਾਂ ਦੇਖ ਕੇ ਕਿ ਹਰ ਬੰਦੇ ਨੂੰ ਦੇਖੋ ਇੱਕ ਈਜ਼ੀ ਚਾਹੀਦਾ ਹੁੰਦਾ ਵੀ ਸਾਡਾ ਕੋਈ ਕੇਸ ਇਮਾਨਦਾਰੀ ਨਾਲ ਲੜੀ ਜਾਏ, ਵੀ ਸਾਨੂੰ ਟੈਨਸ਼ਨ ਹੋ ਕਿਉਂਕਿ ਪਹਿਲਾਂ ਹੀ ਉਹ ਜੇਲ੍ਹ 'ਚ ਹੁੰਦੇ ਆ, ਉਸ ਤੋਂ ਬਾਅਦ ਹੋਰ ਅਸੀਂ ਦੁਖੀ ਕਰਦੇ। ਅਸੀਂ ਕਰਦੇ ਕੀ ਹੈ ਸਰ ਸਾਰੇ, ਅਸੀਂ ਸਿਰਫ ਆਪਣੀ ਇਮਾਨਦਾਰੀ ਨਾਲ ਕੰਮ ਕਰਦੇ ਹਾਂ। ਇੱਕ ਇਹ ਵੀ ਗੱਲ ਪਤਾ ਲੱਗੀ ਤੁਸੀਂ, ਮੈਂ ਉਹੀ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਤੁਹਾਡੇ ਬਾਰੇ ਵੀ ਗੱਲ ਪਤਾ ਲੱਗੀ ਕਿ ਤੁਸੀਂ ਲਗਾਤਾਰ ਮਿਹਨਤ ਕਰਦੇ ਹੋ, ਦਿਨ ਰਾਤ ਇੱਕ ਕੀਤਾ ਹੋਇਆ ਤੁਸੀਂ ਆਪਣੇ, ਕਿਉਂਕਿ ਕਲਾਇੰਟਸ ਨੂੰ ਲੈ ਕੇ ਕੁਇਟਲ ਕਰਾਉਣੀ ਹੁੰਦੀ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ ਉਹਦੀ ਤਿਆਰੀ ਕਰ ਰਹੇ ਸੀ ਤੇ ਉਸ ਵੇਲੇ ਸਵੇਰੇ 6 ਵਜੇ ਐਨਆਈਏ ਘਰ ਇੱਕਦਮ ਆ ਜਾਂਦੀ ਹੈ। ਮੈਂ ਅੰਮ੍ਰਿਤਸਰ ਜੱਗੂ ਭਗਵਾਨਪੁਰੀਆ ਦੇ ਕੇਸ 'ਚ ਪੇਸ਼ ਹੋਣ ਜਾਣਾ ਸੀ। 68 ਨੰਬਰ ਐਫਆਈਆਰ ਸੀ। ਇੱਕ ਮੇਰੀ ਫਾਈਨਲ ਆਰਗੂਮੈਂਟ ਸੀ ਸੌਰਵ ਪ੍ਰਤਾਪ ਸਨੀ, ਉਹ ਵੀ ਗੈਂਗਸਟਰ। ਇਹ ਕਹਿੰਦੇ ਨੇ ਦੋ, ਮੈਂ ਕਲਾਇੰਟਸ ਨੂੰ ਗੈਂਗਸਟਰ ਨਹੀਂ ਮੰਨਦੀ ਕਿਉਂਕਿ ਗੈਂਗਸਟਰ ਐਸਾ ਕੋਈ ਟਰਮ ਹੀ ਨਹੀਂ ਹੈ। ਸੋ ਮੈਂ ਉਹ ਮੇਰੇ ਖਿਆਲ 'ਚ ਮੈਂ 3 ਜਾਂ 3:30 ਕਰੀਬ ਸੁੱਤੀ ਹੋਊਂਗੀ। ਮੈਂ 6 ਮਤਲਬ 7 ਵਜੇ ਮੈਂ ਅੰਮ੍ਰਿਤਸਰ ਨਿਕਲਣਾ ਤਾਂ ਮੈਂ 6 ਵਜੇ ਉੱਠੂੰਗੀ। ਤਾਂ ਦਿਨ ਮੈਂ ਸਿਰਫ ਉਹਨਾਂ 6 ਵਜੇ ਵਾਸ਼ਰੂਮ 'ਚ ਗਈ ਸੀ ਨਹਾਉਣ ਵਗੈਰਾ ਵੀ ਚਲੋ ਮੈਂ ਉਸ ਤੋਂ ਬਾਅਦ ਕਰਨਾ ਵੀ ਆ ਕੇ ਨਿਕਲਣਾ 7 ਵਜੇ। ਤੇ ਸੋਚੋ ਕਿੰਨੀ ਕੁ ਦੇਰ ਦੀ ਨੀਂਦ ਮੈਂ ਲਈ ਹੋਊਗੀ। ਉਸ ਤੋਂ ਬਾਅਦ ਕੰਟੀਨਿਊਟੀ 'ਚ ਇਹ ਚੀਜ਼ ਚੱਲ ਰਹੀ ਹੈ ਔਰ ਮੈਨੂੰ 6 ਵਜੇ ਇਹ ਲੱਗਦਾ ਕਿ ਸ਼ਾਇਦ ਮੇਰੀ ਮੇਡ ਆਈ ਹੋਊਗੀ ਔਰ ਬਾਅਦ 'ਚੋਂ ਪਤਾ ਲੱਗਦਾ ਜੀ ਤਾਂ ਐਨਆਈਏ ਹੈ। ਉਹਨਾਂ ਨੂੰ ਡਾਇਰੈਕਟਲੀ ਪੁੱਛਿਆ ਮੈਂ ਕਿ ਚਾਹੀਦਾ ਕੀ ਹੈ ਸਰ ਦੱਸੋ। ਮੈਨੂੰ ਲੱਗਿਆ ਸ਼ਾਇਦ ਮੇਰੇ ਕੋਲ ਕਲਾਇੰਟਸ ਹੈ, ਕੋਈ ਕੁਐਰੀ ਹੋਣੇ ਹੈ। ਬਾਹਰ ਨਿਕਲ ਕੇ ਦੇਖਿਆ ਵਾਸ਼ਰੂਮ 'ਚ ਵੀ 25-30 ਬੰਦੇ, ਮਤਲਬ 20-25 ਸ਼ਾਇਦ ਹੋਣੇ ਆ ਵੀ। ਇੱਕ ਮੈਂ ਕਿਹਾ ਇਹ ਕੀ ਹੈ, ਇਹੋ ਜਿਹਾ ਕੀ ਹੋ ਗਿਆ। ਤਾਂ ਕਹਿੰਦੇ ਨਹੀਂ ਕੁਝ ਨਹੀਂ, ਤੁਹਾਡੀ ਸਰਚ ਵਾਰੰਟ ਹੈ। ਜਦੋਂ ਤੁਸੀਂ ਕਲੀਅਰ ਹੋਣੇ ਨਾ, ਮੈਂ ਕਿਹਾ ਸਰ ਸਰਚ ਵਾਰੰਟ ਹੈ ਵਿਦਆਊਟ, ਜਦ ਕਿ ਮੇਰੀ ਡਿਊਟੀ ਸੀਗੀ ਮੈਂ ਸਰਚ ਵਾਰੰਟ ਦੇਖਦੀ ਆ ਕੁਝ ਵੀ। ਮੈਂ ਕਿਹਾ ਸਰ ਮੈਨੂੰ ਤਾਂ ਪਹਿਲੀ ਗੱਲ ਤਾਂ ਇਹ ਨਹੀਂ ਸਮਝ ਆ ਰਹੀ ਵੀ ਸਰਚ ਵਾਰੰਟ ਦਾ ਕਿਸ ਚੀਜ਼ ਦਾ ਹੈ। ਕਹਿੰਦੇ ਤੁਸੀਂ ਗੈਂਗਸਟਰ ਦੇ ਵਕੀਲ ਹੋ ਨਾ। ਤਾਂ ਮੈਂ ਕਿਹਾ ਸਰ ਕਾਫੀ ਕੇਸ ਹੈ ਮੇਰੇ ਕੋਲ, ਜ਼ਰੂਰੀ ਨਹੀਂ ਕਿ ਮੈਂ ਗੈਂਗਸਟਰ ਦੀ ਐਡਵੋਕੇਟ ਹੈ, ਕਾਫੀ ਕੇਸ ਹੈ ਜਿਹੜੇ ਉਹ ਕ੍ਰਿਮੀਨਲ ਦੇ ਹੈਗੇ ਨੇ। ਕਹਿੰਦੇ ਅਸੀਂ ਉਹਦੇ ਰਿਲੇਟਡ ਹੀ ਉਹ ਹੈ, ਤੁਹਾਡੇ ਕੋਲ ਲਿਸਟ ਆਫ ਕੇਸਿਸ ਲੈਣੀ ਹੈ ਤੇ ਤੁਸੀਂ ਕੇਸਿਸ ਦੱਸੋ ਕਿਹੜੇ ਕਿਹੜੇ ਗੈਂਗਸਟਰ ਦੇ ਤੁਹਾਡੇ ਕੋਲ। ਮੈਂ ਕਿਹਾ ਸਰ ਇਹਦੇ ਲਈ ਤੁਸੀਂ ਇੰਨੀ ਵੱਡੀ ਰੇਡ ਕੰਡਕਟ ਕੀਤੀ ਹੈ। ਮੈਂ ਕਿਹਾ ਸਰ ਇਹ ਤਾਂ ਦੱਸੋ ਚਾਹੀਦਾ ਕੀ ਹੈ। ਸਿਰਫ ਮੈਨੂੰ ਪੂਰੀ ਇੰਟਾਇਰ ਸਰਚ ਦਾ ਰੀਜ਼ਨ ਇਹ ਸੀ, ਲਿਸਟ ਆਫ ਕੇਸਿਸ ਦਿਓ, ਕਿਸ ਗੈਂਗਸਟਰ ਲਈ ਪੇਸ਼ ਹੁੰਨੇ ਹੋ ਤੇ ਸਾਰੇ ਤੁਹਾਨੂੰ ਕਿਉਂ ਕਰਦੇ ਨੇ। ਇਹ ਬੜੀ ਇੱਕ ਅਹਿਮ ਚੀਜ਼ ਹੈ, ਕਹਿੰਦੇ ਕਿ ਪੈਸਿਆਂ ਦਾ ਬੜਾ ਵੱਡਾ ਇੱਕ ਆਧਾਰ ਬਣਾਇਆ ਗਿਆ। ਬਹੁਤ ਸਾਰੀਆਂ ਥਾਵਾਂ ਤੇ ਰੇਡਾਂ ਹੋਈਆਂ, ਤੁਹਾਡੇ ਘਰ ਇਕੱਲਿਆਂ ਦੀ ਨਹੀਂ ਹੋਈ, ਬਹੁਤ ਸਾਰੀਆਂ ਥਾਵਾਂ ਤੇ ਰੇਡਾਂ ਹੋਈਆਂ ਕਿ ਇਹ ਕਨੈਕਸ਼ਨ ਕੱਟਣ ਦੀ ਕੋਸ਼ਿਸ਼ ਕਰ ਰਹੇ। ਸਾਰੀ ਡਾਕੂਮੈਂਟੇਸ਼ਨ ਚੈੱਕ ਕੀਤੀ, ਇਹਨਾਂ ਨੂੰ ਸਾਰਾ ਮੇਰੇ ਅਕਾਊਂਟ 'ਚ ਮਿਲੀ। ਜਦੋਂ ਮੇਰੀ ਫੀ ਅਕਾਊਂਟ 'ਚ ਆਉਂਦੀ ਹੈ ਸਰ, ਪਹਿਲੀ ਗੱਲ ਜੇ ਕੋਈ ਕੈਸ਼ ਆਉਂਦਾ ਹੈ ਤਾਂ ਉਹ ਅਕਾਊਂਟ 'ਚ ਜਮ੍ਹਾਂ ਹੈ, ਡਿਪੋਜ਼ਿਟ। ਇਹਨਾਂ ਨੂੰ ਐਕਸਪੈਕਟਡ ਨਹੀਂ ਸੀ ਵੀ ਮੇਰੀ ਰਿਟਰਨ ਹੈਵੀ ਰਿਟਰਨ ਫਾਈਲ ਹੋਣੀ ਹੈ। ਇਹਨਾਂ ਨੇ ਇਹ ਐਕਸਪੈਕਟਡ ਨਹੀਂ ਸੀ ਮੈਂ ਬਿਲ ਬੁੱਕਸ ਇਹਨਾਂ ਦੇ ਸਾਹਮਣੇ ਰੱਖ ਦੂੰ। ਸਿੰਗਲ ਦੀ ਬਿੱਲ ਹੈ ਮੇਰੇ ਕੋਲ ਸਰ।
ਇਹਨਾਂ ਨੂੰ ਇਹ ਨਹੀਂ ਸੀ ਐਕਸਪੈਕਟਡ ਕਿ ਇੰਨੀ ਮੇਨਟੇਨ ਅਕਾਊਂਟ ਡਿਟੇਲਸ ਹੋਣੀ ਹੈ। ਐਵਰੀਥਿੰਗ ਲੈਪਟਾਪ ਚੈੱਕ ਕਰ ਲਿਆ, ਮੋਬਾਈਲਸ ਚੈੱਕ ਕਰ ਲਏ, ਮੋਬਾਈਲ ਤਾਂ ਮੇਰੇ ਸਾਹਮਣੇ ਚੈੱਕ ਕੀਤੇ ਆ। ਸੁੱਖਾ ਕਾਲੋਂ ਦੇ ਕੇਸ ਤੋਂ ਬਾਅਦ ਹੋਰ ਕਿਹੜੇ ਕੇਸ ਨੇ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਹੈਗੇ? ਭਗਵਾਨਪੁਰੀਆ, ਸੰਪਤ ਨਹਿਰਾ, ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਕੇਸ, ਦੈਨ ਆਫਟਰਵਰਡਸ ਆਰਪੀਜੀ ਅਟੈਕ, ਆਰਸੀ 23, ਮਤਲਬ ਹੁਣ ਐਨਆਈਏ ਦੇ ਕੇਸ ਸਟਾਰਟ ਹੋ ਗਏ ਸੀ ਮੇਰੇ ਕੋਲ ਆਨੇ। ਆਫਟਰ ਦਿਸ ਥਿੰਗ ਐਨਆਈਏ ਸਟਾਰਟ ਹੋ ਗਈ ਸੀ, ਆਰਸੀ 23 ਰਣਜੀਤ ਚੀਤਾ, ਦੈਨ ਆਫਟਰਵਰਡਸ ਅਮਿਤ ਗੰਭੀਰ ਆਣਾ ਸ਼ੁਰੂ ਹੋ ਗਿਆ, ਜਿਹੜਾ ਤਾਰਿਕ ਅਹਿਮਦ ਕੇਸ ਹੈ ਹਿਲਾਲ ਅਹਿਮਦ ਸ਼ਰਗੋਜਰੀ ਦੇ, ਉਸ ਤੇ ਉਹਨਾਂ 'ਚ ਕੇਸਿਸ ਆਣੇ ਸ਼ੁਰੂ ਹੋ ਗਏ। ਹਾਈ ਪ੍ਰੋਫਾਈਲ ਕੇਸ ਹੈ ਸਾਰੇ ਹਾਈ ਪ੍ਰੋਫਾਈਲ ਹੈ ਸਰ। ਮੈਡਮ ਮੰਨਦੇ ਹੋ ਕਿ ਕਿਤੇ ਨਾ ਕਿਤੇ ਸਿਆਸੀਕਰਨ ਵੀ ਰਹੇ, ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਐਡਵੋਕੇਟ ਭਾਈਚਾਰੇ ਤੇ ਕਿ ਤੁਸੀਂ ਉਸ ਤਰੀਕੇ ਨਾਲ ਬੇਬਾਕੀ ਦੇ ਨਾਲ ਜਿੱਦਾਂ ਕੰਮ ਕਰ ਰਹੇ ਹੋ ਤਾਂ ਨਾ ਕਰੋ, ਦਬਾਅ ਬਣਾਇਆ ਜਾ ਰਿਹਾ? ਕਿਉਂਕਿ ਅੱਜ ਮੈਨੂੰ ਦਬਾ ਦੇਣਗੇ ਤਾਂ ਮੇਰੇ ਖਿਆਲ 'ਚ ਬਾਕੀ ਸੋਚਣਗੇ ਵੀ ਉਹਦੇ ਨਾਲ ਤਾਂ ਇਹ ਹੋਇਆ, ਉਹ ਵੀ ਜ਼ਿਆਦਾ ਕਰ ਦਿੰਦੇ ਨੇ ਵੀ ਠੀਕ ਹੈ। ਸਾਰੇ ਇੱਕ ਲਾਈਟਲੀ ਜੀ ਪ੍ਰੈਕਟਿਸ ਕਰੋ, ਆਪਣੀ ਜੇਬ 'ਚ ਫੀ ਪਾਓ ਤੇ ਜਾਓ। ਸਰ ਸਾਨੇ ਅਸੀਂ ਆਪਣੀ ਮੋਰਲ ਡਿਊਟੀ ਕਰਨੀ ਹੈ, ਅਸੀਂ ਆਪਣੀ ਸੈਟੀਸਫੈਕਸ਼ਨ ਲਈ ਵਰਕ ਕਰਨਾ ਹੈ। ਜਿੰਨਾ ਸਾਨੂੰ, ਮੈਂ ਨਹੀਂ ਕਹਿੰਦੀ ਕਿ ਮੈਂ ਬਹੁਤ ਨੌਲੇਜੇਬਲ ਲਾਇਰ ਹੈ ਜਾਂ ਮੈਨੂੰ ਨੌਲੇਜ ਹੈ, ਜਿੰਨੀ ਮੈਨੂੰ ਨੌਲੇਜ ਹੈ ਮੈਨੂੰ ਲੱਗਦਾ ਮੈਂ 100% ਦੇ ਦਾਂ। ਜੇ ਤੁਸੀਂ ਵੱਡੇ ਕੇਸ ਦੇ ਵਿੱਚ ਕੁਇਟਲ ਕਰਵਾ ਰਹੇ ਹੋ, ਬੇਲ ਦਿਲਵਾ ਰਹੇ ਹੋ, ਤਾਂ ਆਪਣੇ ਆਪ ਦੇ ਵਿੱਚ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੁਸੀਂ ਵੱਡੇ ਵਕੀਲ ਹੋ ਜਾਂ ਛੋਟੇ ਹੋ, ਲੋਕ ਆਪ ਸਮਝਣ। ਵਕਾਲਤ 'ਚ ਮੈਂ ਕੋਈ ਕੇਸ ਨਹੀਂ ਹਾਰੀ, ਸਿਰਫ ਇੱਕ ਇਹਨਾਂ ਨੇ ਅਨੂਪ ਸਿੰਘ ਕਾਲੋ ਨੂੰ ਸਜ਼ਾ ਕੀਤੀ ਤੇ ਇੱਕ ਮਨੀ ਗਿੱਲ ਨੂੰ। ਉਹ ਹਰ ਬੰਦੇ ਨੂੰ ਪਤਾ ਵੀ ਉਹਦਾ ਕਿੰਨਾ ਰਿਕਾਰਡ ਸੀ, ਜਿਸ ਵਿਜੇਂਦਰ ਬੌਕਸਰ ਦੀ ਗੱਡੀ ਇਨਵੋਲਵ ਸੀ, ਉਹ ਕਿੰਨਾ ਪ੍ਰੈਸ਼ਰ ਸੀਗਾ ਸਭ ਨੂੰ ਪਤਾ ਹੈ। ਉਸ ਦਾ ਰਿਕਾਰਡ ਅੱਜ ਵੀ ਮੇਰੇ ਤੋਂ ਪੁੱਛੋਗੇ ਤਾਂ ਇੱਥੋਂ ਤੱਕ ਮੈਂ ਰਿਕਾਰਡ ਕੱਢ ਗਈ ਸੀ ਕਿ ਕੇਸ ਪ੍ਰਾਪਰਟੀ ਦੀ ਮੀਡੀਆ 5 ਤਰੀਕ ਨੂੰ ਹੋਗੀ ਤੇ ਰਿਕਵਰੀ 7 ਤਰੀਕ ਦੀ ਹੈ। ਆਫਟਰਵਰਡ ਚਲੋ ਉਹ ਜੋ ਵੀ ਹੋਇਆ, ਇਸ ਤੋਂ ਇਲਾਵਾ 400 ਕਿਲੋ 11 ਕਿਲੋ ਹਰ ਚੀਜ਼ ਬਰੀ ਹੋਈ ਹੈ ਮੇਰੀ। ਤਾਂ ਤੁਸੀਂ ਇਹ ਦੱਸੋ ਨਾ ਸਰ, ਜੇ ਤੁਸੀਂ ਮੈਨੂੰ ਇਸ ਚੀਜ਼ ਲਈ ਟਾਰਗੇਟ ਕਰ ਰਹੇ ਹੋ ਵੀ ਤੁਸੀਂ ਬਰੀ ਕਰਾਣੇ ਛੱਡ ਦਿਓ, ਸਰ ਜੋ ਰਿਕਾਰਡ ਤੁਸੀਂ ਪੇਸ਼ ਕਰ ਰਹੇ ਹੋ ਮੈਂ ਉਸ ਨੂੰ ਦੇਖ ਰਹੀ ਹਾਂ ਔਰ ਉਸ ਤੇ ਬੇਸਿਕਲੀ ਆਪਣਾ ਜਿੰਨਾ ਮੇਰਾ ਦਿਮਾਗ ਹੈ ਮੈਂ ਮਾਈਂਡ ਅਪਲਾਈ ਕਰ ਰਹੀ ਹਾਂ, ਦੈਟਸ ਇਟ, ਉਸ ਨੂੰ ਪ੍ਰੋਸੀਡ ਕਰ ਰਹੀ ਹਾਂ। ਹੁਣ ਅਗਲਾ ਐਕਸ਼ਨ ਕੀ ਹੈਗਾ? ਤੁਸੀਂ ਅੱਜ ਕਿਉਂਕਿ ਕੰਮ ਸਾਰੇ ਵਕੀਲ ਤੁਹਾਡੇ ਨਾਲ ਖੜੇ ਨੇ, ਮੈਨੂੰ ਲੱਗਦਾ ਕਿ ਇਹ ਵੀ ਵੱਡਾ ਹੌਸਲਾ। ਮੀਟਿੰਗ ਕਾਲ ਹੋਈ ਹੈ, ਬਾਕੀ ਜੋ ਬਾਰ ਡਿਸਾਈਡ ਕਰੇਗੀ ਉਸ ਅਕੋਰਡਿੰਗ ਅਗਲਾ ਐਕਸ਼ਨ ਲਿਆ ਜਾਊਗਾ। ਹਾਂਜੀ, ਉਸ ਅਕੋਰਡਿੰਗ ਅਗਲਾ ਐਕਸ਼ਨ। ਬਾਈ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਵਕੀਲਾਂ ਦੇ ਉੱਪਰ ਇਹ ਇੱਕ ਹਿਸਾਬ ਨਾਲ ਅਟੈਕ ਹੈਗਾ, ਮੰਨਦੇ ਹੋ ਕਿ ਇਹਦੇ ਵਿੱਚ ਸਰਕਾਰ ਨੂੰ ਇਦਾਂ ਦੇ ਐਕਸ਼ਨ ਨਹੀਂ ਲੈਣੇ ਚਾਹੀਦੇ? ਨਹੀਂ, ਐਕਸ਼ਨ ਤੁਸੀਂ ਲਓ ਕਿ ਜਿਹੜੇ ਗੈਂਗਸਟਰਸ ਨੇ, ਵੈਸੇ ਤਾਂ ਗੈਂਗਸਟਰ ਹੈ ਹੀ ਨਹੀਂ ਕਿ ਵਿਚਾਰੇ, ਕਿ ਉਹ ਜਿਹੜਾ ਘਰੇ ਬੈਠਾ ਤੁਸੀਂ ਉਹਨੂੰ ਚੱਕ ਕੇ ਲੈ ਜਾਓ, ਤੁਹਾਨੂੰ ਗੈਂਗਸਟਰ ਬਣਾ ਦਿਓ। ਹੁਣ ਮੈਡਮ ਜਿਵੇਂ ਜਾ ਰਹੇ ਕਿਸੇ ਕੇਸ 'ਤੇ, ਤਾਂ ਰਸਤੇ ਦੇ ਵਿੱਚ ਜਿਵੇਂ ਹੁਣ ਇਹਨਾਂ ਨਾਲ ਹੋਇਆ ਤਾਂ ਉਹਨਾਂ ਦਾ ਇੰਟੈਂਸ਼ਨ ਹੀ ਨਹੀਂ ਹੈਗੀ, ਹੁਣ ਕੱਲ ਨੂੰ ਕਿਸੇ ਇਨਵੋਲਵਮੈਂਟ 'ਚ ਆ ਜਾਣ ਤਾਂ ਉਹ ਕਹਿਣਗੇ ਹਾਂ ਵੀ ਇਹ ਤਾਂ ਕਰਤਾ, ਬਟ ਇਟਸ ਨਾਟ ਫੇਅਰ। ਵਕੀਲ ਆਪਣਾ ਸਾਰਾ ਦਿਲ ਤੋੜ ਕੇ ਸਭ ਕੁਝ ਕਰਕੇ ਮਿਹਨਤ ਕਰਕੇ ਕੰਮ ਕਰ ਰਿਹਾ। ਜੇ ਤੁਸੀਂ ਲਾਇਰ, ਕੱਲ ਨੂੰ ਪੁਲਿਸ ਵਾਲੇ ਤੇ ਵੀ ਕੇਸ ਪੈ ਰਿਹਾ ਤਾਂ ਉਹਦੇ ਲਈ ਵੀ ਤਾਂ ਲਾਇਰ ਹੀ ਖੜਾ ਹੋ ਰਿਹਾ। ਕਿਸੇ ਆਫੀਸਰ ਦੀ ਲੋੜ ਪੈ ਰਹੀ ਹੈ, ਕਿਸੇ ਨੂੰ ਵੀ ਪੈ ਰਹੀ ਹੈ, ਤਾਂ ਵਕੀਲ ਨਹੀਂ ਖੜਨਾ। ਪਰ ਜੇ ਤੁਸੀਂ ਵਕੀਲ ਨਾਲ ਕਰੋਗੇ ਤਾਂ ਗਲਤ ਹੈ। ਚਾਹੇ ਸਿਆਸਤਦਾਨ ਹੋਵੇ, ਚਾਹੇ ਆਈਐਸ ਲੌਬੀ ਹੋਵੇ, ਚਾਹੇ ਕੋਈ ਆਮ ਘਰ ਦਾ ਬੰਦਾ ਹੋਵੇ, ਚਾਹੇ ਕਾਰੋਬਾਰੀ ਹੋਵੇ, ਜੇ ਕਿਸੇ ਦਾ ਅਦਾਲਤੀ ਕੇਸ ਪਿਆ ਤਾਂ ਵਕੀਲ ਨੇ ਲੜਨਾ ਹੈ। ਡੈਫੀਨਿਟਲੀ ਵਕੀਲ ਨੇ ਲੜਨਾ। ਜੇ ਵਕੀਲ ਤੋਂ ਬਿਨਾਂ ਕੋਈ ਹੋਰ ਲੜਦਾ ਤਾਂ ਦੱਸ ਦਿਓ ਕੌਣ ਲੜਦਾ ਜੀ? ਕੋਈ ਵੀ ਨਹੀਂ ਲੜਦਾ। ਜੇ ਵਕੀਲ ਫੀਸ ਲੈ ਰਿਹਾ ਜ਼ਿਆਦਾ ਤਾਂ ਪ੍ਰੋਬਲਮ, ਨਹੀਂ ਲੈ ਰਿਹਾ ਇਹ ਸੈਸ ਹੀ ਨਹੀਂ ਕਰ ਸਕਦੇ ਕਿ ਸਾਡੀ ਵਕੀਲ ਕਿੰਨੀ ਫੀਸ ਕਿਲੇ। ਲੱਗਦਾ ਐਨਆਈਏ ਦੀ ਰੇਡ ਇੰਨੇ ਬੰਦਿਆਂ ਦੇ ਨਾਲ ਇਕੱਠੇ ਜਾ ਕੇ ਇੱਕ ਰੇਡ ਕਰਨੀ, ਕੰਡਕਟ ਕਰਨੀ, ਤੇ ਇਹ ਸਿਰਫ ਕਾਰਨ ਇਹ ਦੱਸਣਾ ਵੀ ਤੁਸੀਂ ਗੈਂਗਸਟਰਾਂ ਦੇ ਕੇਸ ਲੜਦੇ ਇਸ ਕਰਕੇ ਤੁਹਾਡੇ ਤੇ ਰੇਡ ਕੀਤੀ ਜਾਏ? ਨਹੀਂ, ਅਸੀਂ ਤਾਂ ਰੇਡ ਨੂੰ ਵੈਸੇ ਦੇਖੋ, ਤੁਹਾਨੂੰ ਚਾਹੀਦੀ ਸੀ ਇਨਵੈਸਟੀਗੇਸ਼ਨ ਕਰਨੀ ਸੀ, ਕਰ ਲੈਂਦੇ, ਬਟ ਤੁਸੀਂ ਐ ਕਿਸੇ ਦੇ ਘਰੇ ਸਵੇਰੇ 6 ਵਜੇ ਜਾ ਕੇ 20-25 ਵਜੇ ਜਾਣੇ ਜਾ ਕੇ ਇੱਕ ਲਾਇਰ ਦੇ ਘਰੇ, ਤਾਂ ਗਲਤ ਹੈ। ਕੱਲ ਨੂੰ ਤੁਹਾਨੂੰ ਵੀ ਲੋੜ ਪੈਣੀ ਹੈ, ਐਡਾ ਨਹੀਂ ਹੈ ਕਿ ਤੁਹਾਨੂੰ ਨਹੀਂ ਲੋੜ ਪੈਣੀ। ਡੈਫੀਨਿਟਲੀ ਜਾਂ ਤੁਸੀਂ ਜੌਬ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਵੀ ਐਕਸ਼ਨ ਹੋ ਸਕਦਾ, ਕੱਲ ਨੂੰ ਤੁਸੀਂ ਵੀ ਗਲਤ ਹੋ ਸਕਦੇ ਹੋ। ਫਿਰ ਉਦੋਂ ਕਿਹਨੇ ਖੜਨਾ? ਉਦੋਂ ਲਾਇਰ ਨਹੀਂ ਖੜਨਾ, ਫਿਰ ਲਾਇਰ ਨਹੀਂ ਖੜੂਗਾ ਉਸ ਟਾਈਮ, ਫਿਰ ਕੀ ਕਰੋਗੇ? ਬਟ ਇਸ ਲਈ ਤੁਸੀਂ ਧੱਕਾ ਨਾ ਕਰੋ, ਬਸ ਬੇਸਿਕ ਇਹ ਚੀਜ਼ ਜਿਹੜੀ ਧੱਕਾ ਹੈ ਉਹ ਗਲਤ ਹੈ। ਹੁਣ ਅਗਲਾ ਐਕਸ਼ਨ ਕੀ ਲੈ ਰਹੇ ਹੋ? ਲੱਗਦਾ ਕਿ ਇਹ ਸਾਰੇ ਐਡਵੋਕੇਟ ਇਕੱਠੇ ਨੇ ਇਸ ਮਸਲੇ ਤੇ? ਡੈਫੀਨਿਟਲੀ ਅਸੀਂ ਵਕੀਲ ਨਾਲ ਖੜੇ ਆ ਤੇ ਖੜੇ ਰਹਾਂਗੇ। ਥੈਂਕ ਯੂ ਜੀ। ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਬੜੀ ਅਹਿਮ ਚੀਜ਼ ਹੋਈ ਹੈ ਕਿ ਜਿਸ ਤਰੀਕੇ ਦੇ ਇਸ ਵੇਲੇ ਹਾਲਾਤ ਨੇ, ਐਨਆਈਏ ਦੀ ਰੇਡ ਜਿਹੜੀ ਹੈ ਇਹ ਕੰਡਕਟ ਕੀਤੀ ਗਈ। ਹਾਲਾਂਕਿ ਗੈਂਗਸਟਰਾਂ ਦੇ ਜਿਹੜੇ ਕਨੈਕਸ਼ਨ ਨੇ ਉਹਨਾਂ ਨੂੰ ਕੱਟਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਗੈਂਗਸਟਰ ਵੱਡੇ ਪੱਧਰ ਤੇ ਆਪਰੇਟ ਕਰ ਰਹੇ ਨੇ, ਉਹਨਾਂ ਦੇ ਸੰਬੰਧ ਜਿਹੜੇ ਨੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਹੋ ਚੁੱਕੇ ਨੇ, ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਨਾਲ ਸੰਬੰਧ ਹੋ ਚੁੱਕੇ ਨੇ, ਇਸ ਕਰਕੇ ਇੱਕ ਪੂਰਾ ਨੈਕਸਸ ਬਣ ਚੁੱਕਾ ਹੈਗਾ, ਉਹਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਪਰ ਅਜਿਹੇ ਮਾਹੌਲ ਦੇ ਵਿੱਚ ਇੱਕ ਵਕੀਲ ਦੇ ਘਰ ਜਿਹੜੀ ਰੇਡ ਹੋਈ ਹੈ, ਇਸ ਨੂੰ ਲੈ ਕੇ ਵਕੀਲਾਂ ਦੇ ਵਿੱਚ ਵੱਡੇ ਪੱਧਰ ਤੇ ਰੋਸ ਹੈਗਾ। ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਰੇਡ ਜਿਹੜੀ ਹੈ ਵਕੀਲਾਂ ਦਾ ਮਨੋਬਲ ਜਿਹੜਾ ਹੈਗਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀਆਂ ਰੇਡਾਂ ਜੇ ਵਕੀਲਾਂ ਦੇ ਘਰ ਹੋਣ ਲੱਗ ਪਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਹੋਰ ਵਧਣਗੀਆਂ। ਬਾਰ ਕੌਂਸਲ ਦੇ ਨਾਲ ਮਿਲ ਕੇ ਅਗਲੇ ਐਕਸ਼ਨ ਦੀ ਤਿਆਰੀ ਉਲੀਕ ਲਈ ਗਈ ਹੈ। ਫਿਲਹਾਲ ਇਸ ਤਰੀਕੇ ਦੀ ਰੇਡ ਨੂੰ ਵਕੀਲਾਂ ਨੇ ਵੱਡੇ ਪੱਧਰ ਤੇ ਨਾ ਪੱਖੀ ਸੋਚ ਵਾਲੀ ਰੇਡ ਕਿਹਾ ਹੈਗਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਐਕਸ਼ਨ ਲਏ ਜਾਂਦੇ ਨੇ ਇਹ ਦੇਖਣਾ ਹੋਵੇਗਾ। ਪਰ ਰੇਡ ਦੇ ਨਾਲ ਵਕੀਲਾਂ ਦੇ ਵਿੱਚ ਵਕਾਲਤ ਦੇ ਇਸ ਕੰਮ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਗਏ ਨੇ, ਤਾਂ ਉਸ ਨੂੰ ਲੈ ਕੇ ਰੋਸ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਹੈਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਸਹਿਯੋਗੀ ਦੇ ਨਾਲ ਸਾਂਝਾ ਜ਼ਰੂਰ ਕਰਿਓ, ਆਪਣੇ ਟਿੱਪਣੀ ਨਾਲ ਜ਼ਰੂਰ ਸਾਂਝੇ ਕਰਿਓ। ਫਿਲਹਾਲ ਇੱਥੇ ਤੁਹਾਡੇ ਤੋਂ ਅਗਲੇ ਨਹੀਂ, ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।